ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸੰਗ ਚੱਲ ਰਿਹਾ ਸੀ ਸੰਸਕਾਰ ਔਰ ਚਿੰਨ੍ਹ। ਆਓ ਇਸੇ ਹੀ ਪ੍ਰਸੰਗ ਨੂੰ ਅੱਗੇ ਤੋਰੀਏ। ਆਨੰਦ ਦੀ ਰੀਤੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਪ੍ਰਚਲਿਤ ਹੈ। ਇੱਕ ਚਾਲਾਕ ਹਿੰਦੂ ਪੰਡਤ ਅਗਿਆਨੀ ਸਿੱਖਾਂ ਨੂੰ ਧੋਖਾ ਦੇਣ ਲਈ ਲਿਖਦਾ ਹੈ ਕਿ ਆਨੰਦ ਪੜ੍ਹ ਕੇ ਵਿਆਹ ਨਹੀਂ ਕਰਨਾ ਚਾਹੀਦਾ, ਕਿਉਂਕਿ ਆਨੰਦ ਬਾਣੀ ਵਿੱਚ ਲਿਖਿਆ ਹੈ, ਆਨੰਦ ਭਇਆ ਮੇਰੀ ਮਾਏ। ਇਸ ਪਾਠ ਤੋਂ ਇਸਤਰੀ ਮਾਂ ਬਣ ਜਾਂਦੀ ਹੈ। ਅਸੀਂ ਇਸ ਦੇ ਉੱਤਰ ਵਿੱਚ ਇਹ ਆਖਦੇ ਹਾਂ ਕਿ ਆਨੰਦ ਬਾਣੀ ਵਿਵਾਹ ਪੱਧਤ ਵਿੱਚ ਦੱਸੀ ਹੋਈ ਰੀਤੀ ਦੀ ਤਰ੍ਹਾਂ ਵਾਰ ਪਠਨੀय ਮੰਤਰ ਨਹੀਂ ਹੈ, ਔਰ ਨਾ ਇੱਥੇ ਮਾਏ ਪਦ ਦਾ ਅਰਥ ਜਨਨੀ ਹੈ। ਪਰ ਪੰਡਤ ਜੀ ਨੂੰ ਹੇਠ ਲਿਖੇ ਬਚਨਾਂ ਪਰ ਜ਼ਰੂਰ ਧਿਆਨ ਦੇਣਾ ਚਾਹੀਏ। ਪਹਿਲਾ ਸੋਮ, ਗੰਧਰਵ ਔਰ ਅਗਨੀ, ਇਹ ਤਿੰਨੇ ਦੇਵਤੇ ਇਸਤਰੀ ਦੇ ਪਤੀ ਹੁੰਦੇ ਹਨ। ਫਿਰ ਚੌਥੇ ਦਰਜੇ ਮਨੁੱਸ਼ ਪਤੀ ਬਣਦਾ ਹੈ। ਰਿਗ ਵੇਦ ਮੰਡਲ 10, ਸੂਤਕ 85, ਮੰਤਰ 40ਵਾਂ। ਦੇਵਤਿਆਂ ਦੀ ਭੋਗੀ ਹੋਈ ਦੇਵ ਇਸਤਰੀ ਦੇਵ ਭਗਤਾਂ ਦੀ ਮਾਂ ਹੈ ਜਾਂ ਕੁਝ ਹੋਰ। ਕਈ ਪੰਡਤ ਬੁੱਧੂ ਆਦਮੀਆਂ ਨੂੰ ਅਰਥ ਕਰਕੇ ਦੱਸਦੇ ਹਨ ਕਿ ਪਤੀ ਪਦ ਦਾ ਅਰਥ ਰੱਖਿਅਕ ਹੈ। ਅਸੀਂ ਇਸ ਪਰ ਇਹ ਆਖਦੇ ਹਾਂ ਕਿ ਜੇਕਰ ਦੇਵਤੇ ਕੇਵਲ ਰੱਖਿਅਕ ਹਨ ਔਰ ਪਤੀ ਖਸਮ ਨਹੀਂ, ਤਾਂ ਹੁਣ ਪੁਰਸ਼ ਵੀ ਰੱਖਿਅਕ ਪਤੀ ਹੀ ਰਹੇ, ਅਰਥਾਤ ਸਨਮਾਨ ਨਾਲ ਇਸਤਰੀ ਨੂੰ ਸੰਭਾਲ ਕੇ ਰੱਖੇ, ਹੋਰ ਕਿਸੇ ਤਰ੍ਹਾਂ ਦਾ ਗ੍ਰਸਤ ਵਿਵਹਾਰ ਨਾ ਕਰੇ। ਅਸੀਂ ਇਹ ਵੀ ਪੁੱਛਦੇ ਹਾਂ ਕਿ ਜੇ ਪਤੀ ਦਾ ਅਰਥ ਖਸਮ ਨਹੀਂ ਤਾਂ ਇਸ ਵਾਕ ਦਾ ਕੀ ਅਰਥ ਹੈ? ਪੂਰਬੰ ਸਤਰਿਆੰਗ ਸੁਰੈ ਭੁਕਤਾ ਸੋਮ ਗੰਧਰਵ ਵਨਯ ਭੀ। ਔਰ ਮੰਨੋ ਜੀ ਇੱਕ ਹੋਰ ਬਾਤ ਆਖਦੇ ਹਨ, ਉਹ ਵੀ ਸੁਣਨ ਲਾਇਕ ਹੈ। ਵੀਰਿਆ ਰੂਪ ਕਰਕੇ ਪਤੀ ਇਸਤਰੀ ਦੇ ਗਰਭ ਵਿੱਚ ਪ੍ਰਵੇਸ਼ ਕਰਦਾ ਹੈ ਔਰ ਪੁੱਤਰ ਰੂਪ ਹੋ ਕੇ ਜੰਮਦਾ ਹੈ। ਇਸ ਕਰਕੇ ਇਸਤਰੀ ਜਾਇਆ ਭਾਵ ਮਾਈ ਕਹਾਉਂਦੀ ਹੈ। ਅਧਿਆਇ 9ਵਾਂ, ਸ਼ਲੋਕ 8ਵਾਂ। ਪੰਡਤ ਜੀ ਨੂੰ ਖੋਜ ਕਰਨੀ ਚਾਹੀਦੀ ਹੈ ਕਿ ਇੱਕ ਪੁੱਤ ਜੰਮੇ ਪਿੱਛੋਂ ਕਿਤਨੇ ਸ਼ਰਧਾਵਾਨਾਂ ਨੇ ਜਾਇਆ ਭਾਵ ਮਾਈ ਨੂੰ ਇਸਤਰੀ ਸਮਝ ਕੇ ਸੰਤਾਨ ਉਤਪੰਨ ਕੀਤੀ ਹੈ, ਔਰ ਕਿਤਨਿਆਂ ਨੇ ਜਨਨੀ ਭਾਵ ਰੱਖ ਕੇ ਪੂਜਿਆ ਮੰਨਿਆ ਹੈ। ਸੋ ਰਾਹੋ ਵਿਚਾਰ। ਆਨੰਦ ਦੀ ਰੀਤੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਪ੍ਰਚਲਿਤ ਹੈ, ਔਰ ਸਤਿਗੁਰਾਂ ਨੇ ਛੰਦ, ਘੋੜੀਆਂ, ਲਾਵਾਂ ਆਦਿਕ ਇਸੇ ਵਾਸਤੇ ਰਚੀਆਂ ਹਨ। ਗੁਰਗੱਦੀ ਪਰ ਵਿਰਾਜਣ ਤੋਂ ਪਹਿਲਾਂ ਚਾਹੇ ਸਤਿਗੁਰਾਂ ਦੇ ਸੰਸਕਾਰ ਹਿੰਦੂ ਮਤ ਅਨੁਸਾਰ ਹੁੰਦੇ ਰਹੇ ਹਨ, ਪਰ ਗੁਰੂ ਸ਼ਰਨ ਆਉਣ ਪਿੱਛੋਂ ਇੱਕ ਰੀਤੀ ਵੀ ਅਨਿਆ ਮਤ ਅਨੁਸਾਰ ਨਹੀਂ ਹੋਈ, ਜਿਸ ਦਾ ਪ੍ਰਮਾਣ ਗੁਰਬਾਣੀ ਤੋਂ ਪੂਰਾ ਮਿਲਦਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਅਗਿਆਨ ਵਸ ਹੋ ਕੇ ਪਰਮਾਦ ਅਥਵਾ ਕੁਸੰਗਤ ਕਰਕੇ ਆਪਣੇ ਕਾਵਿਆ ਰਚਨਾ ਦੁਆਰਾ ਗੁਰੂ ਰੀਤੀ ਤੋਂ ਵਿਰੁੱਧ ਸੰਸਕਾਰਾਂ ਦਾ ਹੋਣਾ ਲਿਖਿਆ ਹੈ, ਉਹ ਮੰਨਣ ਲਾਇਕ ਨਹੀਂ, ਕਿਉਂਕਿ ਗੁਰਬਾਣੀ ਤੋਂ ਵੱਧ ਕੇ ਸਾਡੇ ਮਤ ਵਿੱਚ ਕੋਈ ਪੁਸਤਕ ਸ਼ਰਧਾ ਯੋਗ ਨਹੀਂ। ਔਰ ਆਪ ਦੀ ਜੋ ਇਹ ਸ਼ੰਕਾ ਹੈ ਕਿ ਇਹਨਾਂ ਵਿੱਚ ਕੇਵਲ ਪਰਮਾਰਥ ਹੈ, ਸੋ ਸਹੀ ਨਹੀਂ। ਗੁਰਬਾਣੀ ਵਿੱਚ ਪਰਮਾਰਥ ਔਰ ਵਿਵਹਾਰ ਭਾਵ ਭੋਗ ਮੋਖ ਦੋਵੇਂ ਹਨ, ਔਰ ਸ਼ਬਦਾਂ ਦੀ ਰਚਨਾ ਦੱਸ ਰਹੀ ਹੈ ਕਿ ਇਹ ਖਾਸ ਕਰਕੇ ਆਨੰਦ ਸੰਸਕਾਰ ਵਾਸਤੇ
ਰਚੇ ਗਏ ਹਨ। ਯਥਾ ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ, ਸੂਹੀ ਮਹੱਲਾ ਪਹਿਲਾ। ਅੰਗ 764। ਸਾਹਾ ਗਣਹਿ ਨਾ ਕਰਹਿ ਵਿਚਾਰ, ਰਾਮਕਲੀ ਮਹੱਲਾ ਪਹਿਲਾ। ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ, ਵਾਰ ਸੂਹੀ ਮਹੱਲਾ ਤੀਜਾ। ਅੰਗ 788। ਹੋਰ ਮਨਮੁਖ ਦਾਜ ਜੇ ਰੱਖ ਦਿਖਾਲਹਿ, ਸੋ ਕੂੜ ਅਹੰਕਾਰ ਕਛ ਭਾਜੋ, ਸ੍ਰੀ ਰਾਗ ਮਹੱਲਾ ਚੌਥਾ। ਅੰਗ 79। ਕਹੋ ਨਾਨਕ ਮੈਂ ਵਾਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ, ਵਡਹੰਸ ਮਹੱਲਾ ਪੰਜਵਾਂ। ਅੰਗ 577। ਔਰ ਆਨੰਦ ਦੇ ਪ੍ਰਮਾਣ ਲਈ ਦੇਖੋ, ਗੁਰਪ੍ਰਤਾਪ ਸੂਰਿਆ ਦੀ ਤੀਜੀ ਰਾਸ ਦੇ 38ਵੇਂ ਅਧਿਆਏ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਿੱਖ ਦੀ ਕੰਨਿਆ ਨਾਲ ਕਾਹਨ ਸਿੰਘ ਦਾ ਆਨੰਦ ਪੜਾਇਆ, ਔਰ ਪੰਜਾਂ ਪਿਆਰਿਆਂ ਵਿੱਚੋਂ ਸ਼੍ਰੋਮਣੀ ਭਾਈ ਦਇਆ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ, ਆਨੰਦ ਬਿਨਾ ਵਿਵਾਹ ਨਾ ਕਰੇ, ਚਲਾਣਾ ਮ੍ਰਿਤਕ ਕਿਰਿਆ ਸੰਸਕਾਰ ਆਦਿ ਤੋਂ ਹੀ ਸਿੱਖਾਂ ਵਿੱਚ ਹਿੰਦੂਆਂ ਤੋਂ ਵੱਖਰਾ ਹੈ, ਜਿਸ ਦੇ ਪ੍ਰਮਾਣ ਇਹ ਹਨ। ਗੁਰੂ ਨਾਨਕ ਸਾਹਿਬ ਆਗਿਆ ਕਰਦੇ ਹਨ ਕਿ ਪ੍ਰਾਣੀ ਦੇ ਸੰਸਕਾਰ ਵੇਲੇ ਇਹ ਸ਼ਬਦ ਪੜ੍ਹਨਾ, ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦਾ ਲਾਇਆ, ਮੋਹਲਤ ਪੁਨੀ ਪਾਈ ਭਰੀ, ਜਾਨੀਅੜਾ ਘੱਤ ਚਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ, ਐਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਡਹੰਸ ਮਹੱਲਾ ਪਹਿਲਾ। ਅਲਾਹਣੀਆਂ। ਅੰਗ 578। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦਾ ਸੰਸਕਾਰ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ। ਦੇਖੋ ਜਨਮ ਸਾਖੀ ਵਿੱਚ ਹਿੰਦੂਆਂ ਦੇ ਪਾਤਕ ਦੇ ਮੁਕਾਬਲੇ ਵਿੱਚ ਸਿੱਖਾਂ ਦਾ ਕੜਾਹ ਪ੍ਰਸ਼ਾਦ ਮਹਾਂਪ੍ਰਸ਼ਾਦ ਵਰਤਾਉਣਾ ਸਾਫ਼ ਸਿੱਧ ਕਰਦਾ ਹੈ ਕਿ ਸਿੱਖ ਰੀਤੀ ਅਹਿੰਦੂ ਹੈ। ਭਾਈ ਮਣੀ ਸਿੰਘ ਜੀ ਭਗਤ ਰਤਨਾਵਲੀ ਵਿੱਚ ਲਿਖਦੇ ਹਨ ਕਿ ਹਿੰਦੂ ਬ੍ਰਾਹਮਣ ਆਦਿਕ ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ ਤੁਸੀਂ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਤੇ ਕੜਾਹ ਮ੍ਰਿਤਕ ਕੋ ਖਵਾਉਂਦੇ ਹੋ। ਪ੍ਰਸੰਗ ਡੇਸੀ ਤੇ ਜੋਧ ਵਿੱਚੋਂ ਭਾਈ ਚੋਪਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ, ਪ੍ਰਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਸਾਥ ਪ੍ਰਸਾਦ ਲੈ ਜਾਏ। ਗੁਰਪ੍ਰਤਾਪ ਸੂਰਿਆ ਦੀ ਤੀਜੀ ਰੁੱਤ ਦੇ 50ਵੇਂ ਅੰਸੂ ਵਿੱਚ ਲਿਖਿਆ ਹੈ, ਮਰੇ ਸਿੱਖ ਤੇ ਕਰੇ ਕੜਾਹ, ਤੇ ਸੁਕੁਟੰਬ ਰੁਦਨਹਿ ਬਹੁਨਾਹ, ਪੜ੍ਹੈ ਸ਼ਬਦ ਕੀਰਤਨ ਕੋ ਕਰੈ, ਸੁਨਹਿ ਬੈਠ ਬੈਰਾਗ ਸੋ ਧਰੈ। ਭਾਈ ਚੌਪਾ ਸਿੰਘ ਜੀ ਲਿਖਦੇ ਹਨ, ਗੁਰੂ ਕਾ ਸਿੱਖ ਭੱਦਨ ਨਾ ਕਰਾਵੇ। ਹਿੰਦੂ ਮਤ ਦੇ ਮ੍ਰਿਤਕ ਸੰਸਕਾਰ ਦਾ ਮੁੱਖ ਅੰਗ ਭੱਦਨ ਹੈ, ਜਿਸ ਦੇ ਕੀਤੇ ਬਿਨਾ ਕਿਰਿਆ ਦਾ ਆਰੰਭ ਹੀ ਨਹੀਂ ਹੋ ਸਕਦਾ। ਇਸ ਵਿਸ਼ੇ ਦੇਖੋ ਸਦ ਪਰਮਾਰਥ। ਗੁਰਸੋਭਾ ਦੇ 5ਵੇਂ ਅਧਿਆਇ ਵਿੱਚ ਬਚਨ ਹੈ, ਭੱਦਣ ਤਿਆਗ ਕਰੋ, ਹੇ ਭਾਈ ਸਭ ਸਿੱਖਣ ਯਹ ਬਾਤ ਸੁਣਾਈ, ਸੰਗਤ ਭੱਦਨ ਮਤ ਕਰੋ,
ਛੁਰਾ ਨਾ ਲਗਾਓ ਸੀਸ, ਮਾਤ ਪਿਤਾ ਕੋ ਮਰੇ, ਸਤਿਗੁਰ ਕਰੀ ਹਦੀਸ। ਇਹਨਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਿੱਖ ਮਤ ਦੇ ਸੰਸਕਾਰ ਅੱਜ ਕੱਲ੍ਹ ਦੇ ਸਿੱਖਾਂ ਦੇ ਮਨ ਕਲਪਤ ਨਹੀਂ, ਬਲਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਆਦ ਕਾਲ ਤੋਂ ਹੁੰਦੇ ਆਏ ਹਨ। ਹਿੰਦੂ ਦਾ ਫਿਰ ਸਵਾਲ, ਮੰਨਿਓ ਕਿ ਆਪ ਦੇ ਸੰਸਕਾਰ ਸਤਿਗੁਰਾਂ ਦੇ ਹੁਕਮ ਅਨੁਸਾਰ ਹਿੰਦੂ ਮਤ ਤੋਂ ਭਿੰਨ ਹਨ, ਪਰ ਕੇਸ, ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਸ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸੇ। ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਕਿ ਸਿੱਖ ਇਹਨਾਂ ਨੂੰ ਸदैव ਧਾਰਨ ਕਰਨ, ਔਰ ਨਾ ਪਹਿਲੇ 9 ਸਤਿਗੁਰਾਂ ਨੇ ਕੇਸ ਰੱਖੇ ਹਨ। ਸਿੱਖ ਦਾ ਜਵਾਬ, ਆਪ ਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ ਤਰ੍ਹਾਂ ਮਾਲੂਮ ਹੋਈ ਕਿ ਉਹ ਅਮਨ ਦੇ ਵੇਲੇ ਕੇਸ, ਕਿਰਪਾਨ, ਕੱਛ ਆਦਿਕ ਰਖਾਉਣਾ ਨਹੀਂ ਚਾਹੁੰਦੇ ਸਨ। ਇਸ ਵਿਸ਼ੇ ਉੱਤੇ ਆਪ ਕੀ ਪ੍ਰਮਾਣ ਦਿੰਦੇ ਹੋ? ਜੇ ਆਪ ਦੇ ਕਹਿਣੇ ਅਨੁਸਾਰ ਇਹ ਗੱਲ ਮੰਨ ਵੀ ਲਈਏ ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸਨ, ਤਦ ਇਹ ਕਿਸ ਤਰ੍ਹਾਂ ਨਿਸ਼ਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ ਮੌਕਾ ਹੀ ਨਹੀਂ ਹੈ? ਵੇਖੋ, ਯੂਰਪ ਦੇ ਮਹਾਨ ਜੰਗ ਦਾ ਕਿਸੇ ਨੂੰ ਸੁਪਨੇ ਭਰ ਵੀ ਨਹੀਂ ਸੀ, ਜੋ ਅਚਾਨਕ ਹੋ ਗਿਆ। ਪਿਆਰੇ ਹਿੰਦੂ ਭਾਈ, ਹੁਣ ਵੀ ਲੱਖ ਤੋਂ ਵਧੇਕ ਖਾਲਸਾ ਦੇਸ਼ ਅਤੇ ਰਾਜ ਦੀ ਰੱਖਿਆ ਵਾਸਤੇ ਫੌਜੀ ਸੇਵਾ ਕਰ ਰਿਹਾ ਹੈ, ਔਰ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ, ਯੁੱਧ ਵਿਦਿਆ ਦੇ ਗਿਆਤਾ, ਕਿਰਪਾਨ ਧਾਰੀ ਮਹਾਨ ਯੋਧਾ ਸਿਪਾਹੀ ਹਨ। ਔਰ ਆਪ ਦਾ ਇਹ ਆਖਣਾ ਅਸੱਤਿਆ ਹੈ ਕਿ 9 ਗੁਰੂ ਕੇਸਾਧਾਰੀ ਨਹੀਂ ਹੋਏ। ਸਾਡੇ 10 ਗੁਰੂ ਸਾਹਿਬਾਨ ਹੀ ਕੇਸ ਰੱਖਦੇ ਰਹੇ ਹਨ, ਕਿਸੇ ਨੇ ਵੀ ਮੁੰਡਾ ਨਹੀਂ ਕਰਵਾਇਆ। ਦੇਖੋ, ਗੁਰਬਾਣੀ ਤੋਂ ਕੇਸ ਸਿੱਧ ਹੁੰਦੇ ਹਨ। ਚਾਹੇ ਰਾਮਚੰਦਰ, ਕ੍ਰਿਸ਼ਨ ਜੀ ਆਦਿਕ ਅਵਤਾਰਾਂ, ਰਿਖੀਆਂ ਮੁਨੀਆਂ ਔਰ ਪੈਗੰਬਰਾਂ ਨੇ ਕੇਸ ਰੱਖੇ ਹਨ, ਔਰ ਪੁਰਾਣੇ ਜ਼ਮਾਨੇ ਵਿੱਚ ਮੁੰਡਣ ਦੀ ਰੀਤੀ ਨਹੀਂ ਸੀ। ਪਰ ਅਸੀਂ ਵੇਦ ਸ਼ਾਸਤਰਾਂ ਦੇ ਹਵਾਲੇ ਦੇ ਕੇ ਕੇਸਾਂ ਦਾ ਸਿੱਧ ਕਰਨਾ ਕੋਈ ਫਖਰ ਨਹੀਂ ਸਮਝਦੇ। ਗੁਰਮਤਿ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ, ਕਿਰਪਾਨ ਆਦਿਕ ਚਿੰਨ੍ਹਾਂ ਦਾ ਰੱਖਣਾ ਸਤਿਗੁਰਾਂ ਨੇ ਕਿਸ ਲਾਭ ਨੂੰ ਵਿਚਾਰ ਕੇ ਵਿਧਾਨ ਕੀਤਾ ਹੈ। ਸੋਹੀ ਰਾਗ ਦਾ ਫਰਮਾਨ ਹੈ, ਕੇਸਾ ਕਾਕਰ ਬੀਜਣਾ ਸੰਤ ਚੌਰ ਟੁਲਾਵੋ, ਕੇਸਾ ਕਾਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋ ਬਾਲ। ਬਿਲਾਵਲ ਮਹੱਲਾ ਪੰਜਵਾਂ, ਅੰਗ 810। ਕੇਸ ਸੰਗ ਦਾਸ ਪੱਗ ਝਾਰੋ, ਇਹ ਮਨੋਰਥ ਮੋਰ। ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ, ਗੁਰ ਪੱਗ ਝਾਰਹਿ ਹਮ ਬਾਲ। ਪ੍ਰਭਾਤੀ ਮਹੱਲਾ ਚੌਥਾ, ਅੰਗ 1335। ਕਿਉਂ ਹਿੰਦੂ ਭਾਈ ਸਾਹਿਬ, ਚੌਰ ਔਰ ਪੱਖੇ ਦਾ ਕੰਮ ਬੋਧੀ ਵੀ ਦੇ ਸਕਦੀ ਹੈ, ਔਰ ਆਪ ਪਾਸ ਅਜਿਹਾ ਇੱਕ ਪ੍ਰਮਾਣ ਵੀ ਨਹੀਂ ਜੋ ਸਾਬਤ ਕਰਦਾ ਹੋਵੇ ਕਿ ਸਤਿਗੁਰਾਂ ਨੇ ਕੇਸ ਨਹੀਂ ਰੱਖੇ। ਸੋ ਗੁਰੂ ਪਿਆਰੇ, ਗੁਰੂ ਸਵਾਰੀ, ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਆਪਾਂ ਇੱਥੇ ਹੀ ਸੰਕੋਚਦੇ ਹਾਂ। ਕੱਲ ਮੁੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।